प्यारे बच्चों प्यार भरी नमस्कार। ਅਸੀਂ ਬੱਚਿਓ 11ਵਾਂ ਚੈਪਟਰ ਕਰ ਰਹੇ ਸੀ ਤੁਹਾਡਾ ਏਰੀਆ ਐਂਡ ਪੈਰੀਮੀਟਰ। ਉਹਦੇ ਵਿੱਚ ਜਿਹੜੇ ਆ ਪਹਿਲਾਂ ਅਸੀਂ ਸਾਰਾ ਕਨਸੈਪਟ ਸਮਝਿਆ, ਠੀਕ ਹੈ। ਵੱਖ-ਵੱਖ ਜਿਹੜੀਆਂ ਆਕ੍ਰਿਤੀਆਂ ਉਹਨਾਂ ਦਾ ਜਿਹੜਾ ਏਰੀਆ ਔਰ ਪੈਰੀਮੀਟਰ ਜਿਹੜਾ ਹੈ ਕੱਢਣਾ ਅਸੀਂ ਸਿੱਖਿਆ। ਉਸ ਤੋਂ ਬਾਅਦ ਜਿਹੜੀ ਹੈ ਆਪਾਂ ਵਰਕਸ਼ੀਟ ਦਾ ਜਿਹੜਾ ਹੈ ਫਸਟ ਪਾਰਟ ਕੀਤਾ ਸੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਵਰਕਸ਼ੀਟ ਜਿਹੜੀ ਹੈ ਇਹਦੇ 'ਚ ਸਾਰਾ ਚੈਪਟਰ ਜਿਹੜਾ ਹੈ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਵਰਕਸ਼ੀਟਸ ਨੂੰ ਤੁਸੀਂ ਬਹੁਤ ਧਿਆਨ ਨਾਲ ਕਰਨਾ ਔਰ ਆਪਣੇ ਆਪ ਕਰਨਾ ਹੈ। ਮਤਲਬ ਕਿ ਪਹਿਲਾਂ ਇੱਕ ਵਾਰੀ ਫਾਰਮੂਲੇ ਸਾਰੇ ਅੱਛੀ ਤਰ੍ਹਾਂ ਲਰਨ ਕਰ ਲੈਣੇ ਆ, ਤੁਹਾਨੂੰ ਕਨਸੈਪਟ ਦੀ ਜਿਹੜੀ ਹੈ ਸਮਝ ਬਣੀ ਹੋਣੀ ਚਾਹੀਦੀ ਹੈ। ਫਿਰ ਤੁਸੀਂ ਅਗਰ ਇਹ ਵਰਕਸ਼ੀਟ ਸੋਲਵ ਕਰਕੇ ਦੇਖੋਗੇ ਤਾਂ ਤੁਹਾਡੀ ਜਿਹੜੀ ਹੈ ਪੂਰੇ ਚੈਪਟਰ ਦੀ ਜਿਹੜੀ ਹੈ ਤਿਆਰੀ ਅੱਛੀ ਤਰ੍ਹਾਂ ਦੇ ਨਾਲ ਹੋ ਜਾਏਗੀ। ਪਿਛਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇਹਦੇ ਕੁਝ ਕੁਐਸਚਨਸ ਜਿਹੜੇ ਆ ਕਰਵਾਏ ਸੀ, ਜਿਹੜੇ ਥੋੜੇ ਬਹੁਤ ਰਹਿ ਗਏ ਸੀ, ਕੁਝ ਤੁਹਾਨੂੰ ਹੋਮਵਰਕ ਲਈ ਵੀ ਦਿੱਤੇ ਸੀਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਉਹ ਕੁਐਸਚਨਸ ਜਿਹੜੇ ਆ ਕਰਕੇ ਲਿਆਏ ਹੋਵੋਗੇ ਤੇ ਮੈਂ ਆਪਾਂ ਬਾਅਦ ਦੇ ਵਿੱਚ ਦੇਖਦੇ ਵੀ ਆ ਉਹਨਾਂ ਕੁਐਸਚਨਸ ਨੂੰ ਤੇ ਆਪਣੇ ਟੀਚਰਸ ਨੂੰ ਵੀ ਤੁਸੀਂ ਦਿਖਾਏ ਹੋਣਗੇ। ਤੇ ਹੁਣ ਆਪਾਂ ਜਿਹੜਾ ਹੈ ਸੈਕਿੰਡ ਪਾਰਟ ਵਰਕਸ਼ੀਟ ਦਾ ਜਿਹੜਾ ਆ ਸਟਾਰਟ ਕਰਦੇ ਆ। ਹੁਣ ਬੱਚੇ ਇੱਕ ਵਾਰੀ ਫਾਰਮੂਲਾ ਰਿਵਾਈਜ਼ ਕਰੀਏ ਕਿ ਜਿਹੜਾ ਸਰਕਲ ਹੈ, ਅਗਰ ਸਾਡੇ ਕੋਲ ਕੋਈ ਸਰਕਲ ਹੈ ਤੇ ਸਰਕਲ ਦੇ ਵਿੱਚ ਜਿਹੜੀ ਹੈ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਬਲੈਕ ਪੋਰਸ਼ਨ ਹੈ ਇਹਦੀ ਜਿਹੜੀ ਬਾਉਂਡਰੀ ਹੁੰਦੀ ਹੈ ਦੈਟ ਇਜ਼ ਕਾਲਡ ਸਰਕਮਫਰੈਂਸ, ਔਰ ਜਿਹੜਾ ਗ੍ਰੀਨ ਜਿਹਾ ਪੋਰਸ਼ਨ ਹੈ ਵਿੱਚੋਂ ਜਿਹੜਾ ਹਿੱਸਾ ਹੈ ਇਹਨੂੰ ਅਸੀਂ ਕੀ ਕਹਿੰਦੇ ਆ, ਇਹਦਾ ਖੇਤਰਫਲ ਕਹਿੰਦੇ ਆ। ਤੇ ਇਹਦੇ ਲਈ ਫਾਰਮੂਲਾ ਕੀ ਸੀ ਸਾਡੇ ਕੋਲ, ਸਰਕਮਫਰੈਂਸ ਆਫ ਸਰਕਲ ਜਿਹੜਾ ਦੈਟ ਇਜ਼ ਇਕੁਅਲ ਟੂ 2 ਪਾਈ ਆਰ, ਕਿਉਂਕਿ ਜਿਹੜਾ ਡਾਇਆਮੀਟਰ ਹੈ ਦੈਟ ਇਜ਼ ਡਬਲ ਦਾ ਰੇਡੀਅਸ, ਤਾਂ ਇਹਦਾ ਮਤਲਬ ਜਿਹੜਾ ਸਰਕਮਫਰੈਂਸ ਸਾਡੇ ਕੋਲ ਪਾਈ ਡੀ ਵੀ ਅਸੀਂ ਦੋਨੋਂ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਜਿਹੜਾ ਹੈ ਕੋਈ ਵੀ ਫਾਰਮੂਲਾ ਜਿਹੜਾ ਹੈ ਯੂਜ਼ ਕਰ ਸਕਦੇ ਹਾਂ। ਤੇ ਜਿਹੜਾ ਸਾਡੇ ਕੋਲ ਏਰੀਆ ਆਫ ਸਰਕਲ ਹੈ ਦੈਟ ਇਜ਼ ਇਕੁਅਲ ਟੂ ਪਾਈ ਆਰ ਸਕੁਅਰ, ਪਾਈ ਇੰਟੂ ਰੇਡੀਅਸ ਦਾ ਜਿਹੜਾ ਹੈ ਵਰਗ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਆ, ਏਰੀਆ ਆਫ ਸਰਕਲ। ਤੇ ਪਾਈ ਦੀ ਜਿਹੜੀ ਵੈਲਿਊ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸੀਂ ਜਿਹੜੀ ਹੈ ਪਾਈ ਦੀ ਵੈਲਿਊ 22/7 ਵੀ ਲੈ ਸਕਦੇ ਹਾਂ ਜਾਂ ਕਿੰਨੀ ਲੈ ਸਕਦੇ ਹਾਂ ਆਪਾਂ 3.14। ਇਹ ਅਸੀਂ ਅਪਰੋਕਸੀਮੇਟ ਵੈਲਿਊ ਰੱਖੀ ਹੋਈ ਹੈ ਮੈਂਸੂਰੇਸ਼ਨ ਦੇ ਕੁਐਸਚਨਸ ਜਿਹੜੇ ਆ ਸੋਲਵ ਕਰਨ ਦੇ ਲਈ। ਹੁਣ ਬੱਚਿਓ ਫਸਟ ਕੁਐਸਚਨ ਹੈ ਕਿ ਇੱਕ ਚੱਕਰ ਦਾ ਤੁਹਾਨੂੰ ਪਰਿਮਾਪ ਦਿੱਤਾ ਹੋਇਆ ਹੈ 31.4 ਸੈਂਟੀਮੀਟਰ। ਤੇ ਚੱਕਰ ਦਾ ਅਸੀਂ ਕੀ ਪਤਾ ਕਰਨਾ, ਰੇਡੀਅਸ ਵੀ ਪਤਾ ਕਰਨਾ ਤੇ ਉਹਦਾ ਜਿਹੜਾ ਹੈ ਖੇਤਰਫਲ ਏਰੀਆ ਜਿਹੜਾ ਹੈ ਉਹ ਵੀ ਪਤਾ ਕਰਨਾ ਹੈ ਅਸੀਂ। ਹੁਣ ਪਰਿਮਾਪ ਦਿੱਤਾ ਹੋਇਆ ਤੁਹਾਨੂੰ ਚੱਕਰ ਦਾ ਪਰਿਮਾਪ, ਜਾਂ ਇਹਨੂੰ ਅਸੀਂ ਲਿਖ ਸਕਦੇ ਹਾਂ ਕਿ ਸਰਕਮਫਰੈਂਸ ਆਫ ਸਰਕਲ, ਚੱਕਰ ਦਾ ਪਰਿਮਾਪ ਜਿਹੜਾ ਹੈ ਦੈਟ ਇਜ਼ ਇਕੁਅਲ ਟੂ 31.4 ਸੈਂਟੀਮੀਟਰ। ਹੁਣ ਤੁਹਾਨੂੰ ਸਭ ਨੂੰ ਪਤਾ ਹੈ ਕਿ ਚੱਕਰ ਦਾ ਪਰਿਮਾਪ ਕਿਹਦੇ ਬਰਾਬਰ ਹੁੰਦਾ, 2 ਪਾਈ ਆਰ, ਕਿਉਂਕਿ ਮੈਂ ਪਹਿਲਾਂ ਕੀ ਕੱਢਣਾ ਹੈ ਰੇਡੀਅਸ। 2 ਪਾਈ ਆਰ ਇਜ਼ ਇਕੁਅਲ ਟੂ 31.4 ਸੈਂਟੀਮੀਟਰ, ਦੈਟ ਮੀਨਸ ਆਰ ਇਜ਼ ਇਕੁਅਲ ਟੂ 31.4 ਓਵਰ ਕੀ ਆ ਜਾਏਗਾ 2 ਪਾਈ, ਜਾਂ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ 31.4 ਓਵਰ 2 ਇੰਟੂ 3.14, ਠੀਕ ਹੈ। ਹੁਣ ਇਹਦਾ ਜਿਹੜਾ ਹੈ ਡੈਸੀਮਲ ਜਿਹੜਾ ਹੈ ਬੇਸ਼ੱਕ ਤੁਸੀਂ ਇਹਨੂੰ ਜਿਹੜਾ ਹੈ ਟੈਂਸ ਦੀ ਮਲਟੀਪਲ ਚ ਕਨਵਰਟ ਕਰ ਲਓ। ਇੱਥੇ ਕੀ ਆ ਜਾਏਗਾ 2 ਇੰਟੂ 10 ਇਹਦਾ ਆ ਗਿਆ, ਇੱਥੇ ਕੀ ਆ ਗਿਆ ਤੁਹਾਡਾ 3.14 ਸੀਗਾ, ਇਹਨੂੰ ਮੈਂ 314 ਲਿਖ ਲਿਆ, ਉੱਪਰ ਮੇਰੇ ਕੋਲ ਕੀ ਆ ਗਿਆ 100। ਇਹਦੇ ਨਾਲ ਜਿਹੜੀ ਹੈ ਤੁਹਾਡੀ ਗਲਤੀ ਨਹੀਂ ਹੋਏਗੀ ਬੱਚੋ। ਹੁਣ ਇੱਥੇ ਵੀ 314 ਇੱਥੇ ਵੀ 314, ਇਹ ਆਪਸ ਦੇ ਵਿੱਚ ਕੀ ਹੈ ਕੈਂਸਲ ਹੋ ਜਾਣਗੇ। ਦਾਹੋ ਦਾ ਹੈ 100 ਹੁੰਦਾ ਹੈ ਮੇਰੇ ਕੋਲ, ਇੱਥੇ ਕੀ ਆ ਗਿਆ 10, 2 ਏਕਮ 2, 2 ਪੰਜੇ 10, ਇਹ ਮੇਰੇ ਕੋਲ ਕਿਹਦੇ ਬਰਾਬਰ ਆ ਜਾਏਗਾ 5 ਸੈਂਟੀਮੀਟਰ। ਦੈਟ ਮੀਨਸ ਇੱਕ ਮੇਰੇ ਕੋਲ ਆਨਸਰ ਆ ਗਿਆ ਕਿ ਚੱਕਰ ਦਾ ਜਿਹੜਾ ਅਰਧ ਵਿਆਸ ਹੈ ਦੈਟ ਇਜ਼ ਇਕੁਅਲ ਟੂ 5 ਸੈਂਟੀਮੀਟਰ। ਇਹ ਜਿਹੜੀ ਬੇਟੇ ਸਟੈਂਡਰਡ ਨੋਟੇਸ਼ਨ ਹੈ, ਆਰ ਜਿਹੜਾ ਹਮੇਸ਼ਾ ਕੀ ਹੁੰਦਾ ਚੱਕਰ ਦਾ ਰੇਡੀਅਸ ਸਮਾਲ ਆਰ ਦੇ ਨਾਲ ਉਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ। ਜਦੋਂ ਕਈ ਵਾਰ ਸਾਡੇ ਕੋਲ 2 ਚੱਕਰ ਦਿੱਤੇ ਹੁੰਦੇ ਤਾਂ ਵੱਡੇ ਚੱਕਰ ਨੂੰ ਆਪਾਂ ਕੈਪੀਟਲ ਆਰ ਦੇ ਨਾਲ ਵੀ ਲਿਖ ਦਿੰਦੇ ਹਾਂ, ਠੀਕ ਹੈ। ਤੇ ਇਹਦਾ ਜਿਹੜਾ ਖੇਤਰਫਲ ਹੈ ਚੱਕਰ ਦਾ ਖੇਤਰਫਲ ਹੁਣ ਕੀ ਨਿਕਲੇਗਾ, ਰੇਡੀਅਸ ਤਾਂ ਮੇਰੇ ਕੋਲ ਨਿਕਲ ਆਇਆ, ਚੱਕਰ ਦਾ ਜਿਹੜਾ ਖੇਤਰਫਲ ਹੈ ਦੈਟ ਇਜ਼ ਇਕੁਅਲ ਟੂ ਪਾਈ ਆਰ ਸਕੁਅਰ, ਠੀਕ ਹੈ। ਇਹ ਕਿਹਦੇ ਬਰਾਬਰ ਆ ਜਾਏਗਾ ਤੁਹਾਡੇ ਕੋਲ 3.14 ਹੀ ਲੈ ਲੈਣੇ ਆਪਾਂ, ਇੰਟੂ ਕੀ ਆ ਜਾਏਗਾ 5 ਇੰਟੂ 5, ਇਹ ਕਿਹਦੇ ਬਰਾਬਰ ਆ ਗਿਆ 3.14 ਇੰਟੂ ਕੀ ਆ ਜਾਏਗਾ ਤੁਹਾਡੇ ਕੋਲ 25 ਦੇ ਬਰਾਬਰ। ਕਿੰਨਾ ਆ ਗਿਆ ਤੁਹਾਡੇ ਕੋਲ 25 ਚੌਕਾ 100, 10 ਅੰਸਲ 25 ਏਕਮ 25 ਤੇ 10 ਕਿੰਨੇ ਹੋ ਗਏ 35, 25 ਤੇ 75 ਤੇ 3 ਕਿੰਨੇ ਹੁੰਦੇ ਆ ਬੱਚੋ 78। ਇਹ ਕੀ ਆ ਜਾਏਗਾ 78.5 ਸੈਂਟੀਮੀਟਰ ਸਕੁਅਰ। ਦਿਸ ਇਜ਼ ਯੂਅਰ ਆਨਸਰ। ਇੱਕ ਆਨਸਰ ਤੁਹਾਡਾ ਇਹ ਆ ਗਿਆ, ਇੱਕ ਆਨਸਰ ਤੁਹਾਡਾ ਇਹ ਆ ਗਿਆ, ਠੀਕ ਹੈ। ਸੋ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਜਿਹੜਾ ਹੈ ਉਹ ਸਾਡੇ ਕੋਲ ਕੀ ਹੈ ਬੱਚੋ ਕਿ 14 ਸੈਂਟੀਮੀਟਰ, ਰਕਮ ਧਿਆਨ ਨਾਲ ਸਮਝਣਾ, 14 ਸੈਂਟੀਮੀਟਰ ਅਰਧ ਵਿਆਸ ਦੀ ਚੱਕਰਾਕਾਰ ਸ਼ੀਟ ਵਿੱਚੋਂ
3.5 ਸੈਂਟੀਮੀਟਰ 3.5 ਸੈਂਟੀਮੀਟਰ ਜਿਹੜਾ ਹੈ ਰੇਡੀਅਸ ਵਾਲੇ ਦੋ ਚੱਕਰਾਂ ਨੂੰ ਅਤੇ 3 ਸੈਂਟੀਮੀਟਰ ਲੰਬਾਈ ਅਤੇ 1 ਸੈਂਟੀਮੀਟਰ ਚੌੜਾਈ ਵਾਲੀ ਆਇਤ ਨੂੰ ਬਾਹਰ ਕੱਢਿਆ ਜਾਣਾ ਹੈ। ਬਾਕੀ ਬਚੀ ਸ਼ੀਟ ਦਾ ਖੇਤਰਫਲ ਜਿਹੜਾ ਅਸੀਂ ਉਹ ਪਤਾ ਕਰਨਾ ਹੈ। ਹੁਣ ਬੱਚੋ ਇਹਦੀ ਦੇਖਦੇ ਫਿਗਰ ਕਿੱਦਾਂ ਦੀ ਹੈ। ਤਾਂ ਸਮਾਈਲੀ ਆ ਗਈ ਨਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਮੈਂ ਕੱਢਣਾ ਕੀ ਆ, ਦੇਖੋ ਆਏ ਸਮਾਈਲੀ ਦੇ ਵਿੱਚ ਮੇਰੇ ਕੋਲ ਆ ਦੋ ਛੋਟੇ ਛੋਟੇ ਸਰਕਲਸ, ਇਹਦੀਆਂ ਜਿਹੜੀਆਂ ਅੱਖਾਂ ਆ ਦੋ ਛੋਟੇ ਛੋਟੇ ਸਰਕਲ ਹੈ ਜਿਨ੍ਹਾਂ ਦਾ ਰੇਡੀਅਸ ਕਿੰਨਾ ਹੈ 3.5 ਤੇ ਆ ਜਿਹੜੇ ਦੇ ਲਿਪਸ ਬਣਾਏ ਹੋਏ, ਮੂੰਹ ਬਣਾਇਆ ਹੋਇਆ, ਉਹ ਕੀ ਹੈ ਇੱਕ ਆਇਤ ਹੈ ਕਿ ਜਿਹਦੀ ਜਿਹੜੀ ਆ ਸਾਈਡ 3 ਹੈ, ਆ ਸਾਈਡ ਕਿੰਨੀ ਹੈ 1 ਹੈ। ਠੀਕ ਹੈ, ਹੁਣ ਇਸ ਪੂਰੀ ਸ਼ੀਟ ਦੇ ਵਿੱਚੋਂ ਆ ਦੋ ਚੀਜ਼ਾਂ ਅਸੀਂ ਬਾਹਰ ਕੱਢਣੀਆਂ ਤੇ ਬਾਕੀ ਬਚੀ ਸ਼ੀਟ ਦਾ ਖੇਤਰਫਲ ਪਤਾ ਕਰਨਾ ਹੈ। ਹੁਣ ਦੇਖੋ ਚੱਕਰਾਕਾਰ ਸ਼ੀਟ ਦਾ 14 ਸਮ ਰੇਡੀਅਸ ਅਰਧ ਵਿਆਸ ਵਾਲੀ ਚੱਕਰਾਕਾਰ ਸ਼ੀਟ ਦਾ ਖੇਤਰਫਲ ਕਿਹਦੇ ਬਰਾਬਰ ਆਏਗਾ ਤੁਹਾਡੇ ਕੋਲ ਪਾਈ ਆਰ ਸਕੁਅਰ। ਫਾਰਮੂਲਾ ਤਾਂ ਉਹੀ ਹੈ, ਕਿਹਦੇ ਬਰਾਬਰ ਆ ਗਿਆ ਮੇਰੇ ਕੋਲ 22/7, ਕਿਉਂਕਿ ਇੱਥੇ ਮੇਰੇ ਕੋਲ 14 ਹੈ ਨਾ, ਮੈਂ 22/7 ਲਾਉਂਗੀ। 22/7 ਗੁਣਾ 14 ਗੁਣਾ 14, ਇੱਥੇ ਕਿੰਨਾ ਆ ਗਿਆ ਆ ਤੁਹਾਡੇ ਕੋਲ ਕਿਹਦੇ ਬਰਾਬਰ ਆ ਗਿਆ 22 ਦੂਨ 44, 44 × 14 ਕਿਹਦੇ ਬਰਾਬਰ ਹੋਏਗਾ 14 ਚੌਕ 56, 5 ਹਾਸਲ 14 ਚੌਕ 56 ਤੇ 5 61, 616 ਸੈਂਟੀਮੀਟਰ ਸਕੁਅਰ। ਹੁਣ ਦੇਖੋ 3.5 ਸੈਂਟੀਮੀਟਰ ਅਰਧ ਵਿਆਸ ਵਾਲੇ ਦੋ ਚੱਕਰਾਂ ਦਾ ਖੇਤਰਫਲ ਕਿਹਦੇ ਬਰਾਬਰ ਹੋਊਗਾ 2 ਹੈ ਨਾ, ਕਿਉਂਕਿ 2 ਹੈ, ਆ 2 ਨਾਲ ਮੈਂ ਗੁਣਾ ਕੀਤਾ, 2 × ਚੱਕਰ ਦੇ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਪਾਈ ਆਰ ਸਕੁਅਰ। ਠੀਕ ਹੈ, ਤੇ ਇਹ ਕਿਹਦੇ ਬਰਾਬਰ ਹੋ ਗਿਆ 2 × 22/7 × 3.5 × 3.5। ਠੀਕ ਹੈ, ਹੁਣ ਇਹ ਤੁਹਾਡੇ ਕੋਲ ਕਿਹਦੇ ਬਰਾਬਰ ਆ ਗਿਆ ਬੱਚੋ 0.5। ਠੀਕ ਹੈ, ਇਹਨੂੰ ਅੱਗੇ ਫਰਦਰ ਸੋਲਵ ਕਰ ਲੈਂਦੇ ਹਾਂ, ਹੋਰ ਡੈਸੀਮਲ ਹਟਾ ਕੇ 2 × 22, ਇੱਥੇ ਕੀ ਆ ਗਿਆ ਤੁਹਾਡੇ ਕੋਲ 5/10, ਇੱਥੇ ਕੀ ਆ ਗਿਆ 35/10, ਕੱਟ ਜਾਏਗਾ ਤੁਹਾਡੇ ਕੋਲ 5 ਦੂਣੀ 10, 2 ਨਾਲ 2 ਖਤਮ, 5 7 35, 5 ਦੂਣੀ 10, 2 ਏਕਮ 2, 2 11 22। ਇਹ ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ 77 ਸੈਂਟੀਮੀਟਰ ਸਕੁਅਰ। ਇਹ ਆ ਗਿਆ ਤੁਹਾਡੇ ਕੋਲ ਇਹ ਦੋ ਅੱਖਾਂ ਦਾ ਜਿਹੜਾ ਹੈ ਖੇਤਰਫਲ ਹੈ। ਹੁਣ ਮੈਂ ਕੀ ਕੱਢਣਾ ਆ ਆਇਤਾਕਾਰ ਜਿਹੜਾ ਪੋਰਸ਼ਨ ਹੈ ਉਹਨੂੰ ਜਿਹੜਾ ਹੈ ਉਹਦਾ ਖੇਤਰਫਲ ਜਿਹੜਾ ਹੈ ਉਹ ਕੱਢਣਾ ਹੈ। ਠੀਕ ਹੈ, 3 ਸੈਂਟੀਮੀਟਰ ਬਾਏ 1 ਸੈਂਟੀਮੀਟਰ ਵਾਲੀ ਆਇਤ ਦਾ ਰੈਕਟੈਂਗਲ ਦਾ ਖੇਤਰਫਲ ਕਿਹਦੇ ਬਰਾਬਰ ਹੋਏਗਾ ਤੁਹਾਨੂੰ ਪਤਾ ਹੈ ਲੈਂਥ ਇੰਟੂ ਬ੍ਰੈਡਥ। ਕਿਹਦੇ ਬਰਾਬਰ ਹੋ ਗਿਆ 3 ਸੈਂਟੀਮੀਟਰ ਇੰਟੂ 1 ਬਰਾਬਰ ਹੈ 3 ਸੈਂਟੀਮੀਟਰ ਸਕੁਅਰ। ਹੁਣ ਮੈਂ ਬਾਕੀ ਦੇ ਪੋਰਸ਼ਨ ਦਾ ਜਿਹੜਾ ਏਰੀਆ ਉਹ ਫਾਈਂਡ ਆਊਟ ਕਰਨਾ ਹੈ, ਤੇ ਉਹ ਕਿਸ ਤਰ੍ਹਾਂ ਕਰੂੰਗੀ ਬਾਕੀ ਬਚੀ ਸ਼ੀਟ ਦਾ ਖੇਤਰਫਲ ਉਹ ਕਿਹਦੇ ਬਰਾਬਰ ਆਏਗਾ ਬੱਚੋ ਮੇਰੇ ਕੋਲ ਬਾਕੀ ਬਚੀ ਸ਼ੀਟ ਦਾ ਜਿਹੜਾ ਖੇਤਰਫਲ ਉਹ ਕਿਹਦੇ ਬਰਾਬਰ ਆਏਗਾ ਆ ਪੂਰਾ 616 ਜਿਹੜਾ ਕੱਢਿਆ ਸੀ ਮੈਂ ਪੂਰੀ ਸ਼ੀਟ ਦਾ ਕੱਢਿਆ ਸੀ 616 ਦੇ ਵਿੱਚੋਂ ਆ ਦੋਨੋਂ ਸਰਕਲਸ ਦਾ ਕਿੰਨਾ ਆਇਆ ਸੀ ਮੇਰੇ ਕੋਲ 77, ਇਸ ਰੈਕਟੈਂਗਲ ਦਾ ਕਿੰਨਾ ਆਇਆ 3, ਤੇ ਇਹਦਾ ਮਤਲਬ ਕੀ ਹੈ ਕਿ ਮੈਂ ਉਹਨੂੰ ਜਿਹੜਾ ਹੈ ਮਾਈਨਸ ਕਰੂੰਗੀ 616 ਦੇ ਵਿੱਚੋਂ 77 ਦੈਨ -3, ਇਹ ਕਿੰਨਾ ਆ ਜਾਏਗਾ 616 ਮਾਈਨਸ ਕਿੰਨਾ ਆ ਗਿਆ ਤੁਹਾਡੇ ਕੋਲ 80, ਤੇ ਇਹ ਤੁਹਾਡੇ ਕੋਲ ਕਿਹਦੇ ਬਰਾਬਰ ਆ ਗਿਆ 6 ਚੋਂ 0 ਗਏ 6, 61 ਦੇ ਵਿੱਚੋਂ 8 ਗਏ 53, ਕੀ ਆ ਜਾਏਗਾ 536 ਜਿਹੜਾ ਹੈ ਸੈਂਟੀਮੀਟਰ ਸਕੁਅਰ। ਆ ਜਿਹੜਾ ਤੁਹਾਡਾ ਬੱਚੋ ਬਾਕੀ ਦੀ ਜਿਹੜੀ ਸ਼ੀਟ ਬਚ ਗਈ ਉਹਦਾ ਜਿਹੜਾ ਹੈ ਖੇਤਰਫਲ ਆਏਗਾ। ਠੀਕ ਹੈ, ਸਿੰਪਲ ਹੈ ਕੁਐਸਚਨ। ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ ਬੱਚੋ ਕਿ ਇੱਕ ਚੱਕਰਾਕਾਰ ਘੜੀ ਦੀ ਮਿੰਟਾਂ ਵਾਲੀ ਸੂਈ ਦੀ ਲੰਬਾਈ ਕਿੰਨੀ ਹੈ ਤੁਹਾਡੇ ਕੋਲ 15 ਸੈਂਟੀਮੀਟਰ। ਮਤਲਬ ਆ ਜਿਹੜੀ ਹੈ ਤੁਹਾਨੂੰ ਪਤਾ ਹੈ ਨਾ ਘੜੀ ਤਾਂ ਸਭ ਜਾਣਦੇ ਆ ਘੰਟਿਆਂ ਵਾਲੀ ਸੂਈ ਹੈ ਤੇ ਆ ਕਾਦੇ ਵਾਲੀ ਹੈ ਮਿੰਟਾਂ ਵਾਲੀ। ਇਹ ਕਿਹਦੇ ਬਰਾਬਰ ਹੈ ਤੁਹਾਡੇ ਕੋਲ ਬੱਚਿਓ 15 ਸੈਂਟੀਮੀਟਰ। ਕਹਿੰਦਾ ਮਿੰਟ ਦੀ ਸੂਈ ਦੀ ਜਿਹੜੀ ਨੋਕ ਹੈ ਆ ਜਿਹੜੀ ਮਿੰਟ ਹੈਂਡ ਦੀ ਜਿਹੜੀ ਟਿਪ ਹੈ ਇਹ 1 ਘੰਟੇ 'ਚ ਕਿੰਨੀ ਦੂਰੀ ਤੈਅ ਕਰੇਗੀ। 1 ਘੰਟੇ 'ਚ ਇਹਨੇ ਸਾਰਾ ਚੱਕਰ ਘੁੰਮ ਜਾਣਾ।
ਜੇ ਸਾਰਾ ਚੱਕਰ ਘੁੰਮ ਗਿਆ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਗਾ ਕਿ ਮੈਂ ਇਹ ਖੇਤਰਫਲ ਕੱਢਣਾ ਆ ਕਿ ਸਰਕਮਫਰੈਂਸ ਕੱਢਣਾ ਹੈ ਤਾਂ ਪੈਰੀਮੀਟਰ ਕੱਢਣਾ, ਕਿਉਂਕਿ ਇਹ ਜਿੱਥੋਂ ਚੱਲਿਆ ਸੀ ਇਹਨੇ ਘੁੰਮ ਕੇ ਉੱਥੇ ਹੀ ਵਾਪਸ ਆਣਾ ਤੇ ਮੈਂ ਕੀ ਕੱਢਾਂਗੀ ਇਹਦਾ ਪੈਰੀਮੀਟਰ। ਠੀਕ ਹੈ, ਹੁਣ ਦੇਖੋ ਸੂਈ ਦੀ ਲੰਬਾਈ, ਸੂਈ ਦੀ ਟਿਪ ਜਾਂ ਲੰਬਾਈ ਜਿਹੜੀ ਹੈ, ਸੂਈ ਦੀ ਜਿਹੜੀ ਲੈਂਥ ਹੈ ਉਹ ਕਿਹਦੇ ਬਰਾਬਰ ਹੋਗੀ ਤੁਹਾਡੇ ਕੋਲ, that is equal to radius, ਕਿਉਂਕਿ ਆ ਦੇਖੋ ਇੱਕ ਚੱਕਰ ਹੀ ਬਣ ਰਿਹਾ ਨਾ, ਚੱਕਰ ਹੀ ਬਣ ਰਿਹਾ, ਆ ਇਹਦਾ ਕੀ ਹੋ ਗਿਆ ਰੇਡੀਅਸ। ਇਹ ਕਿਹਦੇ ਬਰਾਬਰ ਹੈ 15 ਸੈਂਟੀਮੀਟਰ। ਠੀਕ ਹੈ, ਸੂਈ ਦੀ ਨੋਕ ਦੁਆਰਾ, ਸੂਈ ਦੀ ਟਿਪ ਦੁਆਰਾ 1 ਘੰਟੇ ਵਿੱਚ, 1 ਘੰਟੇ ਵਿੱਚ ਤੈਅ ਕੀਤੀ ਦੂਰੀ, ਕਿਉਂਕਿ ਉਹਨੇ ਪੂਰਾ ਹੀ ਘੁੰਮ ਕੇ ਆਣਾ ਨਾ, ਤੈਅ ਕੀਤੀ ਦੂਰੀ ਕਿਹਦੇ ਬਰਾਬਰ ਆ ਜਾਊਗੀ, that is equal to 2 ਪਾਈ r, ਕਿਉਂਕਿ ਸਰਕਮਫਰੈਂਸ ਆ ਗਿਆ। ਠੀਕ ਹੈ, ਉਹ ਕਿਹਦੇ ਬਰਾਬਰ ਹੈ ਤੁਹਾਡੇ ਕੋਲ 2 ਇੰਟੂ ਪਾਈ ਇੰਟੂ ਕੀ ਆ ਗਿਆ 15, 15 ਦੂਣਾ 30, ਉਹ ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ 30 ਪਾਈ। ਜੇ ਮੈਂ ਪਾਈ ਦਾ ਮੁੱਲ 3.14, ਕਿਉਂਕਿ ਇੱਥੇ ਮੇਰੇ ਕੋਲ 30 ਹੈ, 3.14 ਭਰੂੰਗੀ ਤਾਂ 1 0 ਜਿਹੜੀ ਕੈਂਸਲ, ਦਸ਼ਮਲਵ ਇੱਕ ਸਥਾਨ ਖਿਸਕ ਗਿਆ, 4 ਤੀਏ 12, 14 ਤੀਆ 42, 3 ਤੀਏ 9, ਕੀ ਆ ਜਾਊਗਾ ਮੇਰੇ ਕੋਲ 94.2 ਸੈਂਟੀਮੀਟਰ। ਹੁਣ ਦੇਖੋ ਇੱਥੇ ਮੈਂ ਸੈਂਟੀਮੀਟਰ ਪਾਇਆ, ਮੈਂ ਸੈਂਟੀਮੀਟਰ ਸਕੁਅਰ ਨਹੀਂ ਪਾਇਆ, ਕਿਉਂਕਿ ਮੈਂ ਕੀ ਕੱਢਿਆ ਆ ਪੈਰੀਮੀਟਰ ਕੱਢਿਆ, ਜੋ ਉਹਦੀ ਲੰਬਾਈ ਹੋਏਗੀ ਉਹੀ ਸਾਡੀ ਜਿਹੜੀ ਆ ਆਨਸਰ ਦਾ ਯੂਨਿਟ ਹੋਏਗਾ। ਇਸ ਚੀਜ਼ ਦਾ ਬੱਚੋ ਖਾਸ ਧਿਆਨ ਰੱਖਣਾ, ਅਕਸਰ ਤੁਸੀਂ ਇੱਥੋਂ ਜਿਹੜੇ ਆ ਨੰਬਰ ਕਟਵਾ ਜਾਂਦੇ ਆਪਣੇ। ਉਸ ਤੋਂ ਬਾਅਦ ਜਿਹੜਾ ਹੈ ਸਾਡੇ ਕੋਲ ਨੈਕਸਟ ਕੁਐਸਚਨ ਹੈ ਕਿ ਇੱਕ ਚਤੁਰਭੁਜ ABCD ਹੈ, ਉਸ ਦਾ ਮੈਂ ਖੇਤਰਫਲ ਪਤਾ ਕਰਨਾ। ਜੇ AC ਮੇਰੇ ਕੋਲ ਦਿੱਤੀ ਹੋਈ ਹੈ 22 ਸੈਂਟੀਮੀਟਰ, BM ਜਿਹੜਾ ਹੈ ਉਹ ਦਿੱਤਾ ਹੋਇਆ ਮੇਰੇ ਕੋਲ 3 ਸੈਂਟੀਮੀਟਰ, ਤੇ DN ਜਿਹੜਾ ਹੈ ਮੇਰੇ ਕੋਲ ਉਹ ਵੀ 3 ਸੈਂਟੀਮੀਟਰ ਦਿੱਤਾ, ਤੇ BM ਜਿਹੜਾ ਹੈ ਉਹ ਕਿਹਦੇ ਪਰਪੈਂਡੀਕੂਲਰ ਹੈ AC ਦੇ, DN ਜਿਹੜਾ ਹੈ ਉਹ ਕਿਹਦੇ ਪਰਪੈਂਡੀਕੂਲਰ ਹੈ ਉਹ ਵੀ AC ਦੇ। ਹੁਣ ਬੱਚੋ ਤੁਹਾਨੂੰ ਮੈਂ ਫਿਗਰ ਦਿਖਾਨੀ ਹੈ ਇਹਦੀ ਕਿੱਦਾਂ ਦੀ ਬਣੇਗੀ। ਆ ਦੇਖੋ ਆ ਫਿਗਰ ਹੈ ਇਹਦੀ। ਹੁਣ ਦੇਖੋ AC ਕੀ ਹੈ 22 ਸੈਂਟੀਮੀਟਰ। ਠੀਕ ਹੈ, ਇਹਦੇ ਤੇ BM ਜਿਹੜਾ ਹੈ that is perpendicular on AC, DN is also perpendicular on AC। ਠੀਕ ਹੈ, ਦੋਨੋਂ ਬੇਸ ਸੇਮ ਹੀ ਆ ਸਾਡੇ ਕੋਲ, ਇੱਕ ਪਾਸੇ ਪਰਪੈਂਡੀਕੂਲਰ ਹੈ, ਇੱਕ ਦੂਜੇ ਪਾਸੇ ਪਰਪੈਂਡੀਕੂਲਰ ਹੈ। ਤੇ ਆ ਜਿਹੜੀ ਮੈਨੂੰ ਲੈਂਥ ਦਿੱਤੀ ਹੋਈ ਹੈ, ਮੈਂ ਚਤੁਰਭੁਜ ABCD ਦਾ ਖੇਤਰਫਲ ਪਤਾ ਕਰਨਾ। ਹੁਣ ਜੇ ਧਿਆਨ ਨਾਲ ਦੇਖੋ ਆ ਦੋਨੋਂ ਜਿਹੜੀਆਂ ਹੈ ਇਹਨਾਂ ਦੀਆਂ ਡਾਇਮੈਂਸ਼ਨ, ਬੇਸ ਵੀ ਉਹਨਾਂ, ਹਾਈਟ ਵੀ ਉਨੀ, ਇਹ ਦੋਨੋਂ ਕੀ ਹੈ ਸਰਵਾਂਗ ਸਮ ਤ੍ਰਿਭੁਜ ਹੈ ਮੇਰੇ ਕੋਲ। ਠੀਕ ਹੈ, ਜੇ ਮੈਂ ਇਹਨੂੰ ਚੱਕ ਕੇ ਉਲਟਾ ਕਰਕੇ ਇਹਦੇ ਉੱਤੇ ਰੱਖੂੰਗੀ ਇਹ ਪੂਰੀ ਇਹਨੂੰ ਢਕੂਗੀ। ਤੁਸੀਂ ਸਰਵਾਂਗ ਸਮਤਾ ਸਿੱਖੀ ਹੈ, ਪੜ੍ਹੀ ਹੈ ਤੁਸੀਂ। ਤੇ ਜਿਹੜਾ ਮੇਰੇ ਕੋਲ ਚਤੁਰਭੁਜ ABCD ਦਾ ਖੇਤਰਫਲ ਹੋਏਗਾ that will be equal to, ਖੇਤਰਫਲ ਜਿਹੜਾ ਹੈ that will be equal to area triangle ABC plus area triangle ADC। ਇਹਨਾਂ ਤ੍ਰਿਭੁਜਾਂ ਦੇ ਜਿਹੜੇ ਖੇਤਰਫਲਾਂ ਦਾ ਜਿਹੜਾ ਜੋੜ ਹੋਏਗਾ ਉਹ ਕੀ ਹੋਏਗਾ ਇਸ ਚਤੁਰਭੁਜ ਦਾ ਖੇਤਰਫਲ। ਹੁਣ ਦੇਖੋ ਏਰੀਆ ਟ੍ਰਾਇੰਗਲ ABC ਕੀ ਫਾਰਮੂਲਾ ਹੁੰਦਾ, ਟ੍ਰਾਇੰਗਲ ਦੇ ਏਰੀਆ ਦਾ ਹਾਫ ਇੰਟੂ ਬੇਸ ਇੰਟੂ ਹਾਈਟ। ਵੈਰੀ ਗੁੱਡ, ਆ ਗਿਆ ਹੁਣ ਤਾਂ ਬੱਚਿਆਂ ਨੂੰ ਸਾਰਿਆਂ ਨੂੰ। ਠੀਕ ਹੈ, ਹਾਫ ਇੱਥੇ ਮੇਰੇ ਕੋਲ ABC ਦਾ ਬੇਸ ਕੀ ਹੈ ਮੇਰੇ ਕੋਲ AC, ਔਰ ਇਹਦੀ ਮੇਰੇ ਕੋਲ ਹਾਈਟ ਕੀ ਹੈ ਬੱਚੋ BM। ਠੀਕ ਹੈ, that is equal to half into ਆ ਮੇਰੇ ਕੋਲ ਬੇਸ ਹੈ ਤੇ ਆ ਮੇਰੇ ਕੋਲ ਹਾਈਟ ਹੈ, ਹਾਫ ਇੰਟੂ 22 ਇੰਟੂ 3 ਕਿੰਨਾ ਆ ਗਿਆ 2 11 22, ਇਹ ਕਿਹਦੇ ਬਰਾਬਰ ਆ ਗਿਆ 33 ਸੈਂਟੀਮੀਟਰ। ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਦੋਨੋਂ ਤ੍ਰਿਭੁਜਾਂ ਕੀ ਹੈ ਕੌਂਗਰੂਐਂਟ ਹੈ, ਇੱਕ ਦਾ ਮੈਂ ਕੱਢ ਲਿਆ ਦੂਜੇ ਦਾ ਵੀ ਉਨਾ ਹੀ ਆਣਾ। ਹੁਣ ਏਰੀਆ ਟ੍ਰਾਇੰਗਲ ADC, ਵੈਸੇ ਤਾਂ ਲੋੜ ਨਹੀਂ ਕੱਢਣ ਦੀ, ਚਲੋ ਮੈਂ ਤੁਹਾਨੂੰ ਦੁਬਾਰਾ ਕੱਢ ਕੇ ਵੀ ਦਿਖਾ ਦਿੰਨੀ ਆ। ਦੇਖੋ ਸੇਮ ਆਏਗਾ ਬਿਲਕੁਲ। DN ਕਿਹਦੇ ਬਰਾਬਰ ਆ ਗਿਆ, ਇਹ ਵੀ ਹਾਫ ਇੰਟੂ 22 ਇੰਟੂ 3। ਠੀਕ ਹੈ, ਇਹ ਕਿਹਦੇ ਬਰਾਬਰ ਆ ਗਿਆ 33 ਸੈਂਟੀਮੀਟਰ। ਸੋ ਇਹਦਾ ਮਤਲਬ ਕੀ ਹੈ ਕਿ ਏਰੀਆ ਆਫ ਜਿਹੜੀ ਤੁਹਾਡੇ ਕੋਲ ਕੁਆਡਰੀਲੇਟਰਲ ਦਿੱਤੀ ਹੋਈ ਹੈ ABCD, ਏਰੀਆ ਆਫ ਕੁਆਡਰੀਲੇਟਰਲ ABCD
ABCD ਚਤੁਰਭੁਜ ABCD ਦਾ ਖੇਤਰਫਲ ਜਿਹੜਾ ਹੈ ਉਹ ਕਿਹਦੇ ਬਰਾਬਰ ਹੋਏਗਾ 33 ਇੱਥੇ ਸੈਂਟੀਮੀਟਰ ਸਕੁਅਰ ਆਣਾ। ਦੇਖੋ ਮੈਂ ਇਹੀ ਗਲਤੀ ਕਰ ਗਈ ਨਾ, ਤੁਹਾਨੂੰ ਸਿਖਾ ਰਹੀ ਸੀ ਬਾਰ-ਬਾਰ, ਦੱਸਿਆ ਵੀ ਨਹੀਂ ਮੈਨੂੰ ਕਿਸੇ ਨੇ। 33 + 33 ਕਿਹਦੇ ਬਰਾਬਰ ਆ ਗਿਆ 66 ਸੈਂਟੀਮੀਟਰ ਸਕੁਅਰ। ਇਹ ਕਿਹਦੇ ਬਰਾਬਰ ਆ ਗਿਆ ਏਰੀਆ ਆਫ ਕੁਆਡਰੀਲੇਟਰਲ ਕਿਹਦੇ ਬਰਾਬਰ ਆ ਗਿਆ 66 ਸੈਂਟੀਮੀਟਰ ਸਕੁਅਰ। ਠੀਕ ਹੈ, ਇੱਦਾਂ ਕਿਉਂਕਿ ਤੁਸੀਂ ਇਹ ਰਿਜ਼ਲਟ ਪੜ੍ਹਿਆ ਹੋਇਆ, ਕਈ ਵਾਰੀ ਤੁਹਾਨੂੰ ਮਤਲਬ ਇੱਕ ਨੰਬਰ ਦੇ ਵਿੱਚ ਕੁਐਸਚਨ ਵੀ ਆ ਸਕਦਾ ਹੈ ਕਿ ਕੀ ਸਰਵਾਂਗ ਸਮਕ੍ਰਿਤੀਆਂ ਦੇ ਖੇਤਰਫਲ ਬਰਾਬਰ ਹੁੰਦੇ ਆ, ਤਾਂ ਤੁਸੀਂ ਕਹੋਗੇ ਹਾਂਜੀ ਆ। ਤੁਸੀਂ ਕੱਢ ਕੇ ਵੀ ਦੇਖ ਲਿਆ, ਤ੍ਰਿਭੁਜ ਦਾ ਸੀ, ਕਿਸੇ ਹੋਰ ਵੀ ਆਕ੍ਰਿਤੀ ਦਾ ਜਿਹੜਾ ਆ ਉਹ ਵੀ ਬਰਾਬਰ ਹੋ ਸਕਦਾ ਹੈ ਸਾਡੇ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਸਾਡੇ ਕੋਲ ਕਿ ਪ੍ਰਗਿਆ ਰੈਪਡ ਏ ਕੌਰਡ ਅਰਾਊਂਡ ਏ ਸਰਕੂਲਰ ਪਾਈਪ ਆਫ ਰੇਡੀਅਸ 4 ਸੈਂਟੀਮੀਟਰ ਐਡਜੋਇਨਿੰਗ ਫਿਗਰ। ਆਪਾਂ ਫਿਗਰ ਵੀ ਲੈ ਆਉਂਦੇ ਹਾਂ। ਠੀਕ ਹੈ, ਆ ਤੁਹਾਨੂੰ ਫਿਗਰ ਦਿੱਤੀ ਹੋਈ ਹੈ। ਪ੍ਰਗਿਆ ਨੇ ਇਹ ਸਰਕੂਲਰ ਪਾਈਪ ਦਾ ਮੂੰਹ ਸੀ, ਇਹਦੇ ਆਲੇ ਦੁਆਲੇ ਕੀ ਕੀਤਾ ਰੱਸੀ ਲਪੇਟੀ। ਠੀਕ ਹੈ, ਐਂਡ ਕੱਟ ਆਫ ਦਾ ਲੈਂਥ ਰਿਕੁਆਇਰਡ ਆਫ ਦਾ ਕੌਰਡ। ਤੇ ਜਿਹੜੀ ਆ ਜਿੰਨੀ ਉਹਨੂੰ ਰੱਸੀ ਚਾਹੀਦੀ ਸੀ, ਠੀਕ ਹੈ, ਉਨੀ ਉਹਨੇ ਕੱਟ ਲਈ, ਜਿੰਨੀ ਇਹਦੇ ਆਲੇ ਦੁਆਲੇ ਲਪੇਟ ਲਈ। ਠੀਕ ਹੈ, ਆਫਟਰ ਦੈਟ ਸ਼ੀ ਰੈਪਡ ਇਟ ਅਰਾਊਂਡ ਏ ਸਕੁਅਰ ਬਾਕਸ। ਠੀਕ ਹੈ, ਇੱਕ ਉਹਨੇ ਫਿਰ ਹੋਰ ਇੱਕ ਸਕੁਅਰ ਬਾਕਸ ਲਿਆ ਜਿਹਦੀ ਸਾਈਡ ਕਿੰਨੀ ਸੀ 4 ਸੈਂਟੀਮੀਟਰ, ਐਂਡ ਇਸੇ ਰੱਸੀ ਨੂੰ ਉਹਨੇ ਇਸ ਸਕੁਅਰ ਦੇ ਅਰਾਊਂਡ ਜਿਹੜਾ ਕੀ ਹੈ ਉਹ ਰੈਪ ਕੀਤਾ। ਕਹਿੰਦਾ ਡਿਡ ਸ਼ੀ ਹੈਵ ਐਨੀ ਕੌਰਡ ਲੈਫਟ, ਕਿ ਉਹਦੇ ਕੋਲ ਜਿਹੜੀ ਹੈ ਕਿ ਕੋਈ ਕੌਰਡ ਜਿਹੜੀ ਹੈ ਉਹ ਉਹਦੇ ਕੋਲ ਬਚੀ ਕਿ ਨਹੀਂ ਬਚੀ। ਠੀਕ ਹੈ, ਹੁਣ ਦੇਖੋ ਰੇਡੀਅਸ ਆਫ circular pipe is equal to 4 ਸੈਂਟੀਮੀਟਰ। ਠੀਕ ਹੈ, ਹੁਣ ਕਿਉਂਕਿ ਉਹਨੇ ਇਹਦੇ ਆਲੇ ਦੁਆਲੇ ਰੱਸੀ ਲਪੇਟੀ ਤਾਂ ਮੈਨੂੰ ਕੀ ਚਾਹੀਦਾ ਇਹਦਾ ਸਰਕਮਫਰੈਂਸ, ਮਤਲਬ ਇਸ ਰੱਸੀ ਦੀ ਜਿਹੜੀ ਲੈਂਥ ਹੈ, ਲੈਂਥ ਆਫ cord wrapped will be equal to how much? This will be equal to perimeter of circle, circumference of circle, circumference of circle। ठीक है, ये किधे बराबर होगा सर्कमफ्रेंस ऑफ सर्कल दे बराबर। वो किधे बराबर आ गया 2 पाई r। ठीक है, पाई मैं कितनी लेनी है 3.14। वो किधे बराबर आ गया मेरे को 2 × 3.14 इंटू की आ गया 4। ये कितना आ गया 4 दूनी 8, 3.14 इंटू 8 कितना आ गया 8 चौका 32, 8 3 11, 8 3 24 ਤੇ 1 25 ਕਿੰਨਾ ਆ ਗਿਆ 25.12 ਸੈਂਟੀਮੀਟਰ। ਠੀਕ ਹੈ, ਹੁਣ ਇਹਨੂੰ ਇਹਨੇ ਜਿਹੜਾ ਕਿਦੇ ਤੇ ਲਪੇਟਿਆ ਆ ਸਕੁਅਰ ਬਾਕਸ ਤੇ। ਠੀਕ ਹੈ, ਜਿਹਦਾ ਇੱਕ ਸਾਈਡ ਕਿੰਨੀ ਆ 4 ਸੈਂਟੀਮੀਟਰ। ਹੁਣ ਦੇਖੋ ਸਾਈਡ ਆਫ ਸਕੁਅਰ ਜਿਹੜੀ ਹੈ that is equal to 4 ਸੈਂਟੀਮੀਟਰ। that means ਕਿ ਪੈਰੀਮੀਟਰ ਆਫ ਸਕੁਅਰ ਕੀ ਆ ਜਾਊਗਾ 4 × 4, 4 ਇੰਟੂ ਸਾਈਡ ਹੁੰਦਾ ਨਾ, ਉਹ ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ 16 ਸੈਂਟੀਮੀਟਰ। ਹੁਣ ਦੇਖੋ ਰੱਸੀ ਤਾਂ ਸੀਗੀ ਉਹਦੇ ਕੋਲ, ਕਿੰਨੀ ਲੰਬੀ ਸੀ ਕੌਰਡ, ਕਿੰਨੀ ਸੀ 25.12, ਸਕੁਅਰ ਤੇ ਕਿੰਨੀ ਆਈ 16 ਸੈਂਟੀਮੀਟਰ। ਕਹਿੰਦਾ ਡਿਡ ਸ਼ੀ ਹੈਵ ਐਨੀ ਕੌਰਡ ਲੈਫਟ, ਕੀ ਉਹਦੇ ਕੋਲ ਕੋਈ ਰੱਸੀ ਬਚੀ। ਤਾਂ ਇਹਦਾ ਮਤਲਬ ਹੈ ਬਾਕੀ ਬਚੀ ਰੱਸੀ ਕਿਹਦੇ ਬਰਾਬਰ ਆ ਜਾਏਗੀ 25.12 ਮਾਈਨਸ ਕੀ ਆ ਜਾਏਗਾ ਤੁਹਾਡੇ ਕੋਲ 16। ਠੀਕ ਹੈ, ਜੇ ਥੋੜੀ ਬਹੁਤ ਵੇਸਟ ਵੀ ਹੋਗੀ ਤਾਂ ਵੀ ਹੱਲੇ ਤੱਕ ਉਹਦੇ ਕੋਲ ਜਿਹੜੀ ਹੈ 9 ਸੈਂਟੀਮੀਟਰ ਜਿਹੜੀ ਰੱਸੀ ਹੈ ਉਹ ਬਾਕੀ ਦੀ ਜਿਹੜੀ ਹੈ ਉਹ ਬਚੀ ਹੋਈ ਹੈਗੀ ਹੈ ਉਹਦੇ ਕੋਲ। ਠੀਕ ਹੈ, ਹੁਣ ਉਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਫਿਗਰ ਦਿੱਤੀ ਹੋਈ ਹੈ, ਉਹ ਕਹਿੰਦਾ ਕਾਹਦੀ ਬਣੀ ਹੈ ਫਿਗਰ ਸਮਭੁਜੀ ਤ੍ਰਿਭੁਜਾਂ ਵਰਗਾਂ ਤੇ ਆਇਤ ਦੇ ਨਾਲ ਜਿਹੜੀ ਹੈ ਬਣੀ ਹੋਈ ਹੈ। ਇਹਦਾ ਕੀ ਹੈ ਪਰਿਮਾਪ ਪਤਾ ਕਰੋ। ਦੇਖੋ ਬੇਟੇ ਸਾਰਾ ਕੁਝ ਤੁਹਾਡੇ ਕੋਲ ਜਿਹੜਾ ਇੱਥੇ ਇਸ ਫਿਗਰ ਦੇ ਵਿੱਚ ਰਿਵਾਈਜ਼ ਹੋ ਜਾਏਗਾ। ਹੁਣ ਦੇਖੋ ਸਮਭੁਜੀ ਤ੍ਰਿਭੁਜ ਕਿਹੜੀ ਹੁੰਦੀ ਹੈ ਜਿਹਦੀਆਂ ਸਾਰੀਆਂ ਭੁਜਾਵਾਂ ਕੀ ਹੁੰਦੀਆਂ ਬਰਾਬਰ। ਵਰਗ ਕੀ ਹੈ, ਆ ਵਰਗ ਹੈ ਤੁਹਾਡੇ ਕੋਲ, ਵਰਗ ਕਿਹਦੇ ਬਰਾਬਰ ਹੁੰਦਾ ਹੈ ਜਿਹਦੀਆਂ ਵਰਗ ਦੀ ਕੀ ਪ੍ਰੋਪਰਟੀ ਹੁੰਦੀ ਹੈ, ਕੀ ਵਿਸ਼ੇਸ਼ਤਾ ਹੁੰਦੀ ਹੈ,
ਉਹਦੀਆਂ ਵੀ ਜਿਹੜੀਆਂ ਸਾਰੀਆਂ ਸਾਈਡਸ ਹੈ ਉਹ ਆਪਸ ਦੇ ਵਿੱਚ ਕੀ ਹੁੰਦੀਆਂ ਬਰਾਬਰ। ਆ ਕੀ ਹੈ ਰੈਕਟੈਂਗਲ, ਰੈਕਟੈਂਗਲ ਦੀ ਤੁਹਾਨੂੰ ਡਾਇਮੈਂਸ਼ਨ ਦਿੱਤੀ ਆ, ਪਰਿਮਾਪ ਪਤਾ ਕਰਨਾ, ਉਹਨੇ ਮੈਨੂੰ ਹੋਰ ਕੋਈ ਮਾਪ ਨਹੀਂ ਦਿੱਤਾ। ਹੁਣ ਮੈਂ ਉਹ ਮਾਪ ਆਪ ਕੱਢ ਲੈਣਾ ਕਿਉਂਕਿ ਮੈਨੂੰ ਆਉਂਦਾ, ਮੈਨੂੰ ਪਤਾ ਹੈ ਕਿ ਆ ਜਿਹੜੀ ਆਇਤ ਦੀ ਜਿਹੜੀਆਂ ਸਨਮੁਖ ਭੁਜਾਵਾਂ ਆਪਸ 'ਚ ਕੀ ਹੁੰਦੀਆਂ ਬਰਾਬਰ। ਆ ਵੀ ਕਿੰਨੀ ਹੋ ਗਈ 30 ਸੈਂਟੀਮੀਟਰ। ਆ ਜੇ 10 ਹੈ ਤੇ ਇਹ ਵੀ ਕਿੰਨੀ ਹੋ ਗਈ 10, ਕਿਉਂਕਿ ਆ ਕੀ ਹੈ ਤੁਹਾਡੇ ਕੋਲ ਸਕੁਅਰ ਹੈ। ਆ ਜੇ 30 ਹੈ, ਆ ਵੀ 30 ਹੈ, ਆ ਵੀ 30 ਹੈ, ਆ ਵੀ ਕੀ ਹੈ 30 ਹੈ। ਠੀਕ ਹੈ, ਹੁਣ ਕਿਉਂਕਿ ਇਹ ਸਮਭੁਜੀ ਤ੍ਰਿਭੁਜ ਹੈ, ਇਕੁਇਲੇਟਰਲ ਟ੍ਰਾਇੰਗਲ ਹੈ, ਇਹਦੀਆਂ ਸਾਰੀਆਂ ਸਾਈਡਸ ਇਕੁਅਲ ਹੋਣਗੀਆਂ। ਆ ਵੀ ਸਾਈਡ 30 ਸੈਂਟੀਮੀਟਰ ਹੋਏਗੀ, ਆ ਵੀ 30 ਹੋਏਗੀ। ਇਸੇ ਤਰ੍ਹਾਂ ਆ ਵੀ ਇਕੁਇਲੇਟਰਲ ਟ੍ਰਾਇੰਗਲ ਹੈ, ਆ ਵੀ 30 ਸੈਂਟੀਮੀਟਰ ਹੋਏਗੀ, ਆ ਵਾਲੀ ਸਾਈਡ ਵੀ ਕੀ ਹੋਏਗੀ 30 ਸੈਂਟੀਮੀਟਰ ਹੋਏਗੀ। ਠੀਕ ਹੈ, ਹੁਣ ਆ ਕੀ ਕੀਤਾ ਉਹਨੇ, ਦੋ ਇੱਕੋ ਜਿਹੀਆਂ ਸਮਭੁਜੀ ਤ੍ਰਿਭੁਜਾਂ, ਦੋ ਜਿਹੜੀਆਂ ਕੋਂਗਰੂਐਂਟ ਜਿਹੜੀਆਂ ਇਕੁਇਲੇਟਰਲ ਟ੍ਰਾਇੰਗਲਸ ਹੈ। ਹੁਣ ਜੇ ਟੋਟਲ ਸਾਈਡ 30 ਹੈ ਤੇ ਆ ਕਿੰਨੀ ਹੋ ਗਈ 15, ਆ ਹੋ ਗਈ 15, ਆ ਹੋ ਗਈ। ਇਹਦਾ ਮਤਲਬ 15 ਹੀ ਮੇਰੇ ਕੋਲ ਆ ਵਾਲੀ ਸਾਈਡ ਹੋ ਗਈ, 15 ਹੀ ਮੇਰੇ ਕੋਲ ਆ ਵਾਲੀ ਸਾਈਡ ਹੋ ਗਈ। ਠੀਕ ਹੈ, ਇਸੇ ਤਰ੍ਹਾਂ ਹੀ ਆ ਵੀ ਜਿਹੜੀ ਹੈ ਇਹ ਵੀ ਮੇਰੇ ਕੋਲ 15 ਹੋ ਗਈ, ਇਹ ਵੀ ਮੇਰੇ ਕੋਲ ਕੀ ਹੋ ਗਈ 15 ਹੋ ਗਈ। ਹੁਣ ਪੈਰੀਮੀਟਰ ਕੀ ਹੁੰਦਾ, ਆਊਟਰ ਲੈਂਥਸ ਨੂੰ ਕੀ ਕਰ ਦੇਣਾ ਅਸੀਂ ਪਲੱਸ ਕਰ ਦੇਣਾ। ਸਪੋਜ਼ ਮੈਂ ਇਸ ਪੁਆਇੰਟ ਤੋਂ ਸ਼ੁਰੂ ਹੋਈ ਹਾਂ, ਠੀਕ ਹੈ, ਮੈਂ ਪੈਰੀਮੀਟਰ ਕਿੱਦਾਂ ਕਰਨਾ, 10 ਮੈਂ ਇੱਧਰ ਨੂੰ ਗਈ, ਫਿਰ ਮੈਂ 30 ਇੱਧਰ ਚਲੀ ਗਈ, ਫਿਰ ਮੈਂ 10 ਇੱਧਰ ਚਲੀ ਗਈ, ਫਿਰ ਮੈਂ 30 ਇੱਧਰ ਜਾਊਂਗੀ, ਫਿਰ 30 ਇੱਧਰ ਜਾਊਂਗੀ, ਫਿਰ 15 ਮੈਂ ਇੱਥੇ ਗਈ, ਫਿਰ 15 ਮੈਂ ਥੱਲੇ ਆਈ, ਫਿਰ ਮੈਂ 15 ਉੱਪਰ ਗਈ, ਫਿਰ 15 ਥੱਲੇ ਆਈ, 15 ਮੈਂ ਸੈਂਟੀਮੀਟਰ ਇੱਧਰ ਗਈ, ਦੈਨ 30 ਇੱਥੇ ਗਈ, ਫਿਰ ਮੈਂ ਇੱਥੇ ਆ ਗਈ। ਆ ਜਿਹੜਾ ਇਸ ਫਿਗਰ ਦਾ ਕੀ ਹੋਏਗਾ ਪਰਿਮਾਪ ਹੋਏਗਾ। ਕੀ ਆਏਗਾ ਤੁਹਾਡੇ ਕੋਲ, ਪੈਰੀਮੀਟਰ ਆਫ ਗਿਵਨ ਫਿਗਰ ਕਿਹਦੇ ਬਰਾਬਰ ਆਏਗਾ। ਹੁਣ ਦੇਖੋ ਮੈਂ ਜੋੜਨ ਲੱਗੀ ਹਾਂ, 10 + 30 + 10 + 30 + 30 + 15 + 15 प्लस की आ जाएगा तुहाडे कोल 2 बारी 15 आ गया, फिर 15 प्लस फिर 15 प्लस 30 प्लस 30। देखो उन्हें कितना हो गया, 30 ते 10 40, 40 10 50, 50 30 80, 80 30 110, 110 ते 30 140, 140 ते 30 170, 170 ते 30 कितना हो गया बच्चों 200, 200 ते 30 कितना हो गया तुहाडे कोल 230। ये कितना इहदा पैरीमीटर आ जाएगा तुहाडे कोल 200 जड़ा है 200 जड़ा है किदे बराबर आ जाएगा 30 सेंटीमीटर। ठीक है, ये किदे बराबर आ जाना तुहाडे कोल 230 जड़ा है सेंटीमीटर जड़ा है इस फिगर का जड़ा है तुहाडे कोल पैरीमीटर जड़ा है आ जाएगा। उस तो बाद आपां जड़ा है नैक्सट क्वेश्चन जड़ा है देखते हैं कि वो साडे कोल की है, ये किदे बराबर आ गया तुहाडे कोल 230 सेंटीमीटर। मैं लिख दिन्नी है इत्थे ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਨੈਕਸਟ ਕੁਐਸਚਨ ਜਿਹੜਾ ਹੈ ਉਹ ਕੀ ਹੈ। ਕਹਿੰਦਾ 100 ਮੀਟਰ ਭੁਜਾ ਵਾਲੇ ਵਰਗਾਕਾਰ ਪਾਰਕ ਦੀ ਹੱਦ ਦੇ ਅੰਦਰਲੇ ਪਾਸੇ ਇੱਕ 5 ਮੀਟਰ ਚੌੜਾ ਰਸਤਾ ਬਣਿਆ ਹੈ, ਇਸ ਦਾ ਖੇਤਰਫਲ ਪਤਾ ਕਰੋ ਤੇ 250 ਰੁਪਏ ਪ੍ਰਤੀ 10 ਵਰਗ ਸੈਂਟੀਮੀਟਰ ਦੀ ਦਰ ਨਾਲ ਇਸ ਨੂੰ ਪਲਸਤਰ ਕਰਨ ਦਾ ਜਿਹੜਾ ਹੈ ਅਸੀਂ ਖਰਚ ਪਤਾ ਕਰਨਾ ਹੈ। ਆ ਤੁਹਾਡੇ ਕੋਲ ਬੱਚੋ ਫਿਗਰ ਹੈ ਕਿ ਆ 100 ਮੀਟਰ ਜਿਹੜੀ ਭੁਜਾ ਵਾਲਾ ਜਿਹੜਾ ਕੀ ਹੈ ਤੁਹਾਡੇ ਕੋਲ ਪਾਰਕ ਹੈ ਤੇ ਮੈਂ ਆ ਜਿਹੜਾ ਹੈ ਇਹਦਾ ਜਿਹੜਾ ਹੈ ਇਸ ਰਸਤੇ ਦਾ ਖੇਤਰਫਲ ਆ ਜਿਹੜਾ ਹੱਦ ਦੇ ਅੰਦਰਲੇ ਰਸਤੇ ਦਾ ਖੇਤਰਫਲ ਪਤਾ ਕਰਨਾ ਹੈ ਤੇ ਇਹਨੂੰ ਜਿਹੜਾ ਹੈ ਪਲਸਤਰ ਕਰਾਉਣ ਦਾ ਖਰਚ ਵੀ ਪਤਾ ਕਰਨਾ ਹੈ। ਹੁਣ ਦੇਖੋ ਸਾਡੇ ਕੋਲ ਸ਼ੇਡਡ ਪੋਰਸ਼ਨ ਜਾਂ ਮੈਂ ਕਹਿ ਦਿੰਨੀ ਆ ਰਸਤੇ ਦਾ ਖੇਤਰਫਲ ਕਿਹਦੇ ਬਰਾਬਰ ਆਏਗਾ ਮੇਰੇ ਕੋਲ ਏਰੀਆ ਆਫ ਸਕੁਅਰ, ਏਰੀਆ ਆਫ ਸਕੁਅਰ ਕਿਹੜਾ ਸਕੁਅਰ ਵੱਡਾ ਸਕੁਅਰ ABCD माइनस एरिया ऑफ स्क्वायर छोटा की है PQRS। मतलब मैं वड्डे दे विचों आ वाला माइनस कर दूंगी तो मेरे को आ सारा जिहड़ा एरिया वो आ जाएगा। हुण देखो वर्ग दा तुहानूं पता है खेत्रफल दा फार्मूला सब नूं आंदा है। एरिया ऑफ स्क्वायर जिहड़ा है ABCD है दैट इज इक्वल टू 100 × 100, दैट मीनस दैट इज इक्वल टू 10,000 जिहड़ा है ਉਹ ਕੀ ਆ ਜਾਏਗਾ ਤੁਹਾਡੇ ਕੋਲ ਮੀਟਰ ਸਕੁਅਰ। ਠੀਕ ਹੈ, ਹੁਣ ਜਿਹੜਾ ਸਮਾਲਰ ਸਕੁਅਰ ਹੈ ਸਾਡੇ ਕੋਲ ਛੋਟਾ ਸਕੁਅਰ ਹੈ ਜਿਹੜਾ ਏਰੀਆ ਆਫ ਸਕੁਅਰ ਜਿਹੜਾ ਹੈ PQSR, ਮਤਲਬ ਇਹ ਹੈ ਤਾਂ ਪਾਰਕ ਹੀ ਆ, ਰਸਤਾ ਬਣਿਆ, ਰਸਤੇ ਨੂੰ ਛੱਡ ਕੇ ਜਿੱਥੇ ਅੰਦਰ ਪਾਰਕ ਹੈ ਉਹ ਕਿਹਦੇ ਬਰਾਬਰ ਆ ਜਾਊਗਾ ਤੁਹਾਡੇ ਕੋਲ। ਹੁਣ ਇਹਦੀ ਭੁਜਾ ਕੀ ਹੋ ਜਾਣੀ ਹੈ 100 - 5 - 5। ਠੀਕ ਹੈ,
गुना 100 दोनों पासे माइनस होना -5 मतलब आ 5 इधरों 5 घट गया इधरों 5 घट गया इदा ही इधरों 5 घट गया इधरों 5 घट गया ये कितना रह गया तुहाडे कोल 90 × 90 कितना आ जाएगा तुहाडे कोल 8100 मीटर स्क्वायर। ठीक है सो ਇਹਦਾ मतलब की है कि रस्ते का खेत्रफल एरिया ऑफ पाथ जिहड़ा है रस्ते का जिहड़ा एरिया है दैट विल बी इक्वल टू 10,000 minus 8100 that will be equal to 1900 मीटर स्क्वायर। ਹੁਣ ਕਹਿੰਦਾ कि 10 वर्ग मीटर ਨੂੰ ਪਲਸਤਰ ਕਰਨ ਦਾ ਖਰਚਾ ਕਿੰਨਾ ਆ 250 ਰੁਪਏ। ਠੀਕ ਹੈ ਹੁਣ ਦੇਖੋ 10 ਮੀਟਰ ਸਕੁਅਰ ਨੂੰ ਪਲਸਤਰ ਕਰਨ ਦਾ ਖਰਚ ਜਿਹੜਾ ਹੈ ਪਲਸਤਰ ਕਰਨ ਦਾ ਖਰਚ ਕਿੰਨਾ ਹੈ ਬੱਚਿਓ 250 ਰੁਪਏ। ठीक है 1 मीटर स्क्वायर ਨੂੰ ਕਿੰਨਾ ਹੋਊਗਾ 250 ਬਟਾ 10 ਤੇ ਆ ਮੇਰੇ ਕੋਲ ਕਿੰਨਾ ਆਇਆ ਸੀਗਾ 1900 ਵਰਗ ਮੀਟਰ ਨੂੰ 1900 ਵਰਗ ਮੀਟਰ ਨੂੰ ਪਲਸਤਰ ਕਰਨ ਦਾ ਜਿਹੜਾ ਖਰਚਾ ਹੋਏਗਾ ਉਹ ਕਿਹਦਾ ਹੋਏਗਾ ਇੱਥੇ ਕੱਟਦੇ ਹੋਏ 25 ਇੰਟੂ ਕੀ ਆ ਜਾਏਗਾ ਤੁਹਾਡਾ 19 1900 00 25 ਨਾ ਆ 225 22 25 एकम 25 25 ਤੇ 22 ਕਿੰਨਾ ਆ ਗਿਆ ਤੁਹਾਡੇ ਕੋਲ 47। ਇਹਦਾ ਮਤਲਬ ਕੀ ਹੈ 47500 ਰੁਪਏ ਜਿਹੜਾ ਹੈ ਤੁਹਾਡੇ ਕੋਲ ਟੋਟਲ ਜਿਹੜਾ ਹੈ ਉਸ ਨੂੰ ਪਲਸਤਰ ਕਰਨ ਦਾ ਖਰਚ ਆਏਗਾ। ਨੈਕਸਟ ਸਵਾਲ ਬੱਚੋ ਜਿਹੜਾ ਹੈ ਇਹ ਤੁਹਾਡੇ ਲਈ ਮੈਂ ਜਿਹੜਾ ਹੈ ਹੋਮਵਰਕ ਛੱਡ ਰਹੀ ਹਾਂ। ਇਹਦੇ ਵਿੱਚ ਕੀ ਹੈ ਤੁਸੀਂ ਇਹ ਰੈਕਟੈਂਗਲ ਦਾ ਏਰੀਆ ਜਿਹੜਾ ਫਾਈਂਡ ਆਊਟ ਕਰਨਾ ਹੈ। ਉਹ ਤੋਂ ਬਾਅਦ ਜਿਹੜਾ ਹੈ ਸ਼ੇਡਡ ਪੋਰਸ਼ਨ ਦਾ ਏਰੀਆ ਕੱਢਣ ਲਈ ਆ ਦੋਨੋਂ ਟ੍ਰਾਇੰਗਲਸ ਦਾ ਏਰੀਆ ਜਿਹੜਾ ਇਹਦੇ ਵਿੱਚੋਂ ਜਿਹੜਾ ਤੁਸੀਂ ਕੀ ਹੈ ਮਾਈਨਸ ਕਰ ਦੇਣਾ। मैं तुहानू हिंट दे चली हाँ इहदा कि एरिया ऑफ रैक्टेंगल ABCD माइनस एरिया ऑफ ट्रायंगल AEF माइनस एरिया ऑफ ट्रायंगल EBC आ जिहड़ा तुहाडा आ जाएगा एरिया ऑफ शेडिड पोर्शन। ये बच्चों सो आ सीगा अज दा अपना सारा ਇਹ ਹੁਣ ਤੁਸੀਂ ਜਿਹੜਾ ਬੱਚੋ ਸਾਰੇ ਸਵਾਲ ਜਿਹੜੇ ਆ ਚੰਗੀ ਤਰ੍ਹਾਂ ਦੇ ਨਾਲ ਪ੍ਰੈਕਟਿਸ ਕਰਨੀ ਹੈ। ਵਰਕਸ਼ੀਟ ਵੀ ਆਪਾਂ ਕੰਪਲੀਟ ਕਰ ਲਈ ਬਹੁਤ ਥੋਰੋਲੀ ਅਸੀਂ ਇਹ ਚੈਪਟਰ ਕੀਤਾ ਹੈ ਤੇ ਮੈਨੂੰ ਉਮੀਦ ਹੈ ਕਿ ਹੁਣ ਤਾਂ ਤੁਸੀਂ ਕੋਈ ਗਲਤੀ ਨਹੀਂ ਕਰੋਗੇ ਕਿਉਂਕਿ ਮੈਂ ਫਾਰਮੂਲੇ ਵੀ ਤੁਹਾਨੂੰ ਬਾਰ-ਬਾਰ ਰਿਵਾਈਜ਼ ਕਰਾਇਆ ਔਰ ਕੁਐਸਚਨਸ ਦੀ ਵੀ ਜਿਹੜੀ ਆ ਤੁਹਾਨੂੰ ਅੱਛੀ ਪ੍ਰੈਕਟਿਸ ਦਿੱਤੀ ਹੈ। ਥੈਂਕ ਯੂ ਵੈਰੀ ਮੱਚ ਫਿਰ ਮਿਲਾਂਗੇ।